जे ऑर्ਡੀਨੈਂਸਸ आए आ ਤਾਂ ਇਹ MSP ਤੱਕ ਲਿਮਿਟਡ ਨਹੀਂ ਹੋਣਾ ਚਾਹੀਦਾ। ਇਹਦੀ ਜੜ ਕਿੱਥੇ ਆ, ਸਾਨੂੰ ਉੱਥੋਂ ਤੱਕ ਜਾਣਾ ਚਾਹੀਦਾ। ਉਦੋਂ ਪਹਿਲਾਂ APMC ਐਕਟ 'ਚ ਸੁਧਾਰਾਂ ਦੀ ਜ਼ਰੂਰਤ ਸੀ, ਕਿਸੇ ਨੇ ਨਹੀਂ ਕਿਹਾ। FCI ਐਕਟ 'ਚ ਸੁਧਾਰਾਂ ਦੀ ਜ਼ਰੂਰਤ ਸੀ, ਉਹ ਕਿਸੇ ਨੇ ਨਹੀਂ ਕਿਹਾ। ਸੋ ਸਾਨੂੰ ਜੜ ਦੇਖਣੀ ਪੈਣੀ ਆ। ਜੇ ਕਿਸਾਨ ਜਥੇਬੰਦੀਆਂ ਇਹ ਸਮਝਣਗੀਆਂ ਵੀ ਕੁਛ ਕੁ ਹੱਕ ਲੈ ਲਈਏ, ਬਾਕੀ ਕੋਈ ਨਹੀਂ ਸਹਿ ਲਾਂਗੇ, ਫਿਰ ਅਸੀਂ ਉਹੀ ਖਤਾ ਜਾਂ ਗਲਤੀ ਕਰਾਂਗੇ ਜਿਹੜੀਆਂ ਪਹਿਲਾਂ ਕਰਦੇ ਰਹੇ ਹਾਂ। ਅਸੀਂ ਪੰਜਾਬ 'ਚ 75 ਸਾਲ ਹੋ ਗਏ ਸਾਡੀਆਂ ਪੋਲੀਟੀਕਲ ਪਾਰਟੀਆਂ ਇਹ ਖਿੱਤੇ ਨੂੰ ਲੁੱਟਦੀਆਂ। ਦੀਪ ਸਿੱਧੂ ਹੋਰੀ ਸਾਡੇ ਨਾਲ ਨੇ। ਦੀਪ ਬਾਈ 25 ਤਰੀਕ ਨੂੰ ਧਰਨਾ ਲਾਇਆ ਗਿਆ ਸੀ, ਉਹਦੇ 'ਚ ਬਹੁਤ ਸਾਰੇ ਚਿਹਰੇ ਦੇਖਣ ਨੂੰ ਮਿਲੇ ਸੀਗੇ, ਕੁਝ ਕਲਾਕਾਰ ਵੀਰ ਵੀ ਸੀ, ਪਰ ਅੱਜ ਉਹਨਾਂ ਦੀ ਸ਼ਮੂਲੀਅਤ ਜਿਹੜੀ ਗਿਆ ਇੱਕ ਤਰ੍ਹਾਂ ਨਾਲ ਰੜਕ ਰਹੀ ਆ। ਇਹਦੇ ਪਿੱਛੇ ਕੀ ਕਾਰਨ? ਦੇਖੋ, ਹਰ ਬੰਦਾ, ਹਰ ਸ਼ਖਸੀਅਤ ਆਪਦੇ ਤੌਰ ਤੇ ਕਿਤੇ ਨਾ ਕਿਤੇ ਸੰਘਰਸ਼ ਦਾ ਹਿੱਸਾ ਬਣ ਰਹੀ ਹੈ ਜਾਂ ਬਣੀ ਆਲਰੇਡੀ ਬਣੀ ਹੋਈ ਆ। ਅੱਜ ਜੇ ਤੁਸੀਂ ਦੇਖੋਗੇ ਗੱਲ ਸੰਘਰਸ਼ਾਂ 'ਚ ਨਾ ਕਲਾਕਾਰਾਂ ਦੀ ਵੀ ਨਹੀਂ ਹੁੰਦੀ, ਇਕੱਲਿਆਂ ਦੀ, ਹਰ ਵਰਗ ਦੀ ਸ਼ਮੂਲੀਅਤ ਜ਼ਰੂਰੀ ਆ। ਉਦੋਂ ਕੇ ਸਾਹਿਬ ਸਾਡੇ ਨਾਲ ਖੜੇ ਆ, ਇਹੋ ਜਿਹੀ ਸ਼ਖਸੀਅਤ ਜਿਨ੍ਹਾਂ ਤੋਂ ਸਾਨੂੰ ਰਹਿਨੁਮਾਈ ਮਿਲਦੀ ਆ। ਇੱਥੋਂ ਬਰਾੜ ਸਾਹਿਬ ਸਾਡੇ ਨਾਲ ਆ, ਸਰਦਾਰ ਅਜੇਪਾਲ ਸਿੰਘ ਬਰਾੜ, ਹੈ ਨਾ। ਕਿੱਡੇ ਹੋਰ ਵੱਡੀਆਂ ਸ਼ਖਸੀਅਤਾਂ ਸਾਡੇ ਨਾਲ ਆਈਆਂ, ਅੱਜ ਇਸ ਮੰਚ ਤੋਂ ਸੰਬੋਧਨ ਕੀਤਾ, ਜਿਨ੍ਹਾਂ ਨੇ ਜ਼ਿੰਦਗੀਆਂ ਦਿੱਤੀਆਂ ਸੰਘਰਸ਼ਾਂ ਲਈ। ਡਾਕਟਰ ਗਾਂਧੀ ਵੀ ਆਏ। ਸੋ ਜੇ ਤੁਸੀਂ ਦੇਖੋਗੇ ਜਿਹੜੇ ਕਲਾਕਾਰ ਆ ਉਹ ਅੱਜ ਕਿਤੇ 2 ਬੰਦੇ, ਕਿਤੇ ਹੋਰ 4 ਬੰਦੇ, ਕਿਤੇ ਹੋਰ, ਹੋ ਸਕਦਾ ਸਾਰੇ ਕਿਤੇ ਕਿਸਾਨ ਜਥੇਬੰਦੀਆਂ ਨਾਲ ਖੜੇ ਹੋਣ। ਕਈ ਵਾਰੀ ਵਖਰੇਵੇਂ ਹੁੰਦੇ ਆ, ਇਹ ਗੱਲ ਵੀ ਮੈਂ ਮੰਨਦਾ, ਪਰ ਉਹ ਵਖਰੇਵੇਂ ਇੱਕੋ ਰਾਤ 'ਚ ਇੱਕੋ ਵਾਰੀ ਜੇ ਆਪਾਂ ਕਹਿ ਲਈਏ ਵੀ ਐਂ ਦੂਰ ਹੋ ਜਾਣ, ਨਹੀਂ ਹੁੰਦੇ। ਹੌਲੀ ਹੌਲੀ ਵਖਰੇਵੇਂ ਦੂਰ ਹੋ ਕੇ ਮਕਸਦ ਜੇ ਸਾਡਾ ਇੱਕ ਆ, ਅਸੀਂ ਆ ਜਾਂਦੇ ਹਾਂ ਇੱਕ ਮੰਚ ਤੇ। ਪਿਛਲੇ ਦਿਨ ਤੁਸੀਂ ਸੋਸ਼ਲ ਮੀਡੀਆ ਦੇ ਲਾਈਵ 'ਚ ਆਖਿਆ ਸੀ ਕਿ ਜਿਹੜੇ ਕਿਸਾਨ ਨੇ ਉਹ ਲਗਾਤਾਰ ਕਈ ਸਾਲਾਂ ਤੋਂ ਧਰਨੇ ਲਾ ਰਹੇ ਨੇ, ਪਰ ਉਹਨਾਂ ਨੂੰ ਆਪਣਾ ਤਰੀਕਾ ਬਦਲਣਾ ਪੈਣਾ। ਹਾਂਜੀ, ਉਹ ਕੀ ਤਰੀਕਾ ਹੋਣਾ ਚਾਹੀਦਾ? ਤਰੀਕਾ ਇਸ ਕਰਕੇ ਬਦਲਣਾ ਪੈਣਾ, ਸਾਡੇ ਨਾ ਸਿਸਟਮ 'ਚ ਚੈੱਕਸ ਐਂਡ ਬੈਲੈਂਸਿਸ ਨਹੀਂ ਆ। ਧਰਨੇ ਲੱਗਦੇ ਆ, ਉਭਾਰ ਆਉਂਦਾ, ਹਮੇਸ਼ਾ ਉਹ ਉਭਾਰ ਕਿਸੇ ਨਾ ਕਿਸੇ ਛੋਟੀਆਂ ਮੰਗਾਂ ਜਾਂ ਤੁਸੀਂ ਇਹ ਕਹਿ ਲਓ ਵੀ ਉਹ ਸਰੋਕਾਰ ਜਿਹੜੇ ਹੁੰਦੇ ਆ ਉਹ ਬੜੇ ਰਿਸਟ੍ਰਿਕਟਿਵ ਹੁੰਦੇ ਆ, ਅਸਲ ਜੜ ਤੇ ਨਹੀਂ ਜਾਂਦੇ। ਬਿਮਾਰੀ ਦੀ ਜੜ ਕੀ ਆ ਅਸੀਂ ਕਦੇ ਨਹੀਂ ਪੁੱਛਦੇ। ਅਸੀਂ ਬਿਮਾਰੀ ਦੇ ਲੱਛਣ ਤੇ ਦੇਖ ਕੇ ਤੇ ਉਹਦੀ ਮੰਨ ਲਓ ਜੇ ਬੁਖਾਰ ਹੋ ਗਿਆ ਤਾਂ ਪੈਰਾਸੀਟਾਮੋਲ ਦੇਤੀ, ਪਰ ਉਹਦੇ ਪਿੱਛੇ ਕੋਈ ਬਿਮਾਰੀ ਹੈ ਕੀ, ਜੜ ਕੀ ਆ, ਉੱਥੋਂ ਤੱਕ ਤਾਂ ਪਹੁੰਚਦੇ ਹੀ ਨਹੀਂ। ਜੇ ਆਰਡੀਨੈਂਸਸ ਆਏ ਆ ਤਾਂ ਇਹ MSP ਤੱਕ ਲਿਮਿਟਡ ਨਹੀਂ ਹੋਣਾ ਚਾਹੀਦਾ। ਇਹਦੀ ਜੜ ਕਿੱਥੇ ਆ, ਸਾਨੂੰ ਉੱਥੋਂ ਤੱਕ ਜਾਣਾ ਚਾਹੀਦਾ। MSP ਜਿਹੜੇ ਨਵੇਂ ਆਰਡੀਨੈਂਸ ਤੋਂ ਬਾਅਦ ਤਾਂ ਹੋਰ ਜ਼ਿਆਦਾ ਇਰੈਲੇਵੈਂਟ ਨਹੀਂ ਰਹਿਣੀ, ਪਹਿਲਾਂ ਵੀ ਰੈਲੇਵੈਂਟ ਨਹੀਂ ਸੀ। 70-80% ਕਿਸਾਨਾਂ ਵਾਸਤੇ ਰੈਲੇਵੈਂਟ ਨਹੀਂ ਸੀ ਉਹ। ਇੰਡੀਆ 'ਚ 6% ਕਿਸਾਨ ਹੀ ਉਸ MSP ਨੂੰ ਅਵੇਲ ਕਰ ਸਕਦੇ ਸੀ। ਸੋ ਜੇ ਅਸੀਂ ਕਹੀਏ MSP ਦਾ ਮੁੱਦਾ ਨਹੀਂ ਆ, ਜੇ ਅਸੀਂ ਕਹੀਏ ਆਰਡੀਨੈਂਸਸ ਦਾ ਮੁੱਦਾ ਇਕੱਲਾ ਉਹਨਾਂ ਦਾ ਵੀ ਮੁੱਦਾ ਨਹੀਂ ਆ। ਉਦੋਂ ਪਹਿਲਾਂ APMC ਐਕਟ 'ਚ ਸੁਧਾਰਾਂ ਦੀ ਜ਼ਰੂਰਤ ਸੀ, ਕਿਸੇ ਨੇ ਨਹੀਂ ਕਿਹਾ। FCI ਐਕਟ 'ਚ ਸੁਧਾਰਾਂ ਦੀ ਜ਼ਰੂਰਤ ਸੀ, ਉਹ ਕਿਸੇ ਨੇ ਨਹੀਂ ਕਿਹਾ। ਸੋ ਸਾਨੂੰ ਜੜ ਦੇਖਣੀ ਪੈਣੀ ਆ, ਜੜ ਨੂੰ ਸੰਬੋਧਨ ਕਰਨਾ ਪੈਣਾ, ਐਡਰੈਸ ਕਰਨਾ ਪੈਣਾ, ਸਰਕਾਰਾਂ ਨਾਲ ਉਸ ਢੰਗ ਨਾਲ ਸੰਵਾਦ ਛੇੜਨੇ ਪੈਣੇ ਆ। ਜੇ ਕਿਸਾਨ ਜਥੇਬੰਦੀਆਂ ਇਹ ਸਮਝਣਗੀਆਂ ਵੀ ਕੁਛ ਕੁ ਹੱਕ ਲੈ ਲਈਏ, ਬਾਕੀ ਕੋਈ ਨਹੀਂ ਸਹਿ ਲਾਂਗੇ, ਫਿਰ ਅਸੀਂ ਉਹੀ ਖਤਾ ਜਾਂ ਗਲਤੀ ਕਰਾਂਗੇ ਜਿਹੜੀਆਂ ਪਹਿਲਾਂ ਕਰਦੇ ਰਹੇ ਹਾਂ। ਅਸੀਂ ਦੀਪ ਸਿੱਧੂ ਕਈ ਵਾਰ ਗੱਲ ਕਰਦੇ ਨੇ ਸੰਤ ਖਾਲਸਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਬਾਰੇ, ਪਰ ਉਹਨਾਂ ਤੇ ਲਗਾਤਾਰ ਇਲਜ਼ਾਮ ਲੱਗਦੇ ਨੇ ਕਿ ਉਹ RSS ਦਾ ਬੰਦਾ। ਕਿੰਨਾ ਤੇ ਜੀ? ਤੁਹਾਡੇ ਤੇ ਲਗਾਤਾਰ ਕਈ ਵਾਰ ਇਲਜ਼ਾਮ ਲਾਇਆ RSS ਦਾ ਬੰਦਾ ਜੇ, ਤਾਂ ਪਰ ਤੁਸੀਂ ਗੱਲ ਹਮੇਸ਼ਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਕਰਦੇ ਹੋ, ਉਹਨਾਂ ਦੀ ਸੋਚ ਦੀ ਕਰਦੇ। ਜਦੋਂ ਤੁਸੀਂ ਸਿਸਟਮ ਨੂੰ ਚੁਣੌਤੀ ਦਿੰਦੇ ਹੋ ਨਾ, ਤੁਹਾਡਾ ਵਿਰੋਧ ਲਾਜ਼ਮੀ ਆ। ਤੇ ਜੇ ਤੁਹਾਡਾ ਵਿਰੋਧ ਨਹੀਂ ਹੋ ਰਿਹਾ, ਇਹ ਸਮਝ ਲਓ ਤੁਸੀਂ ਵੀ ਤੁਸੀਂ ਸਹੀ ਕੰਮ ਨਹੀਂ ਕਰ ਰਹੇ, ਕਿਉਂਕਿ ਸਰਕਾਰਾਂ ਨੇ ਤਾਂ ਪ੍ਰੋਪੇਗੈਂਡਾ ਪੋਲਿਟਿਕਸ ਕਰਨੀ ਆ। ਹੁਣ ਆਏ ਆ ਪੰਜਾਬ 'ਚ 75 ਸਾਲ ਹੋ ਗਏ ਸਾਡੀਆਂ ਪੋਲੀਟੀਕਲ ਪਾਰਟੀਆਂ ਇਹ ਖਿੱਤੇ ਨੂੰ ਲੁੱਟਦੀਆਂ। 75 ਸਾਲਾਂ 'ਚ ਲੁੱਟ ਕੇ ਕਿੱਥੇ ਪਹੁੰਚ ਗਏ। ਤੇ ਇੱਕ ਦੀਪ ਸਿੱਧੂ 20 ਦਿਨਾਂ 'ਚ ਆ ਕੇ RSS ਦਾ ਬੰਦਾ ਕੀ ਕਰ ਜੂਗਾ ਤੁਹਾਡੇ ਨਾਲ? ਕੀ ਰਹਿ ਗਿਆ ਸਾਡੇ ਕੋਲੇ ਵੀ ਦੀਪ ਸਿੱਧੂ ਕੁਛ ਕਰ ਜੂਗਾ ਆ ਕੇ? ਮੈਨੂੰ ਦੱਸੋ ਤਾਂ ਸਹੀ, ਕੀ ਲੈ ਜੂਗਾ ਮੈਂ ਇੱਥੋਂ? RSS ਦਾ ਬੰਦਾ ਹੋਵਾਂ ਵੀ ਤਾਂ ਕੀ ਲੈ ਜੂਗਾ? ਅੱਜ ਗੱਲ ਤਾਂ ਪੰਜਾਬ ਦੇ ਹੱਕਾਂ ਦੀ ਕਰਦਾ ਨਾ। ਸੋ ਇਸ ਕਰਕੇ ਇਹ ਪ੍ਰੋਪੇਗੈਂਡਾ ਪੋਲਿਟਿਕਸ ਆ, ਇਹ ਆਪੇ ਹੀ ਸਮੇਂ ਨਾਲ ਚੀਜ਼ਾਂ
ਖਤਮ ਹੋ ਜਾਂਦੀਆਂ ਹੁੰਦੀਆਂ। ਇਹਨਾਂ ਚੀਜ਼ਾਂ ਦੀ ਮੈਨੂੰ ਕੋਈ ਪਰਵਾਹ ਨਹੀਂ। ਮੈਂ ਆਪਦੀ ਆਤਮਾ ਦੀ, ਆਪਦੀ ਰੂਹ ਦੀ ਆਵਾਜ਼ ਸੁਣਦਾ ਤੇ ਸਾਡੇ ਜਿਹੜੀ ਪੰਚਾਇਤ ਆ, ਸਾਡੇ ਥਿੰਕ ਟੈਂਕਸ ਆ, ਉਹ ਮੈਨੂੰ ਗਾਈਡ ਕਰਦੇ ਆ। ਮੈਂ ਉਹਨਾਂ ਤੋਂ ਬਹੁਤ ਕੁਝ ਸਿੱਖਦਾ ਤੇ ਅਕੋਰਡਿੰਗਲੀ ਅੱਗੇ ਅਸੀਂ ਆਪਦਾ ਸੰਘਰਸ਼ ਮੂਵ ਕਰ ਰਹੇ ਹਾਂ। ਕਿਹੜੀ ਦਿਸ਼ਾ ਵੱਲ ਲੈ ਕੇ ਜਾਣਾ, ਸਾਡੀ ਸੇਧ ਕੀ ਹੋਣੀ ਚਾਹੀਦੀ ਆ, ਇਹ ਸਾਡੇ ਥਿੰਕ ਟੈਂਕਸ ਹੀ ਸਾਨੂੰ ਦੱਸਦੇ ਆ ਤੇ ਅਸੀਂ ਅੱਗੇ ਵੱਧਦੇ ਜਾਂਦੇ ਆ ਜੀ। ਕਈ ਵਾਰ ਮੋਰਚੇ ਲੱਗਦੇ ਨੇ, ਮੋਰਚੇ ਫੇਲ ਹੋ ਜਾਂਦੇ ਨੇ। ਹੁਣ ਵੀ ਮੋਰਚਾ ਲੱਗਿਆ ਹੋਇਆ, ਕੀ ਇਸ ਮੋਰਚੇ ਨੂੰ ਸਫਲ ਬਣਾਉਣ ਲਈ ਜਾਂ ਜਿਹੜੇ ਕਾਨੂੰਨ ਜਿਹੜੇ ਪਾਸ ਕਰ ਦਿੱਤੇ ਗਏ ਨੇ ਜੀ, ਕਾਨੂੰਨ ਪਾਸ ਕਰਤੇ ਗਏ ਨੇ, ਉਹਦੇ ਲਈ ਕੋਈ ਕਾਨੂੰਨੀ ਪੈਨਲ ਵੀ ਤਿਆਰ ਕੀਤਾ ਜਾ ਰਿਹਾ? ਦੇਖੋ, ਮੈਂ ਇਹੀ ਗੱਲ ਕਹੀ ਸੀ, ਇੱਕ ਬੇਨਤੀ ਕੀਤੀ ਸੀ ਵੀ ਸਾਨੂੰ ਇਹ ਲੜਾਈ ਸੁਪਰੀਮ ਕੋਰਟ 'ਚ ਵੀ ਲੜਨੀ ਪੈਣੀ ਆ। ਸੈਕਸ਼ਨ ਆਰਟੀਕਲ 32 ਦੇ ਅੰਡਰ ਪਟੀਸ਼ਨ ਫਾਈਲ ਕਰਕੇ ਉੱਥੇ ਕੋਈ ਆਪਦਾ ਕਾਉਂਸਲ ਰੱਖੀਏ ਜੋ ਕਨਸਟੀਟਿਊਸ਼ਨਲ ਐਕਸਪਰਟ ਹੋਵੇ। ਜੇ ਅਸੀਂ ਐਡਵੋਕੇਟ ਜਨਰਲ ਆਫ ਪੰਜਾਬ ਤੇ ਜਾਂ ਸਾਡਾ ਜਿਹੜਾ ਸਟੈਂਡਿੰਗ ਕਾਉਂਸਲ ਪੰਜਾਬ ਗਵਰਨਮੈਂਟ ਦਾ ਸੁਪਰੀਮ ਕੋਰਟ ਤੇ ਉਹਨਾਂ ਦੇ ਉੱਤੇ ਡਿਪੈਂਡ ਕਰਾਂਗੇ, ਉਹਨਾਂ ਨੇ ਫਿਰ ਸਰਕਾਰਾਂ ਦੀ ਪੱਖ ਪੂਰਨਾ। ਇਸ ਕਰਕੇ ਕਿਸਾਨ ਜਥੇਬੰਦੀਆਂ ਨੂੰ ਮੈਂ ਬੇਨਤੀ ਕੀਤੀ ਸੀ, ਤੁਸੀਂ ਇੱਕ ਆਪਦੀ ਸੈਪਰੇਟ ਰਿਪਰੈਜ਼ੈਂਟੇਸ਼ਨ ਰੱਖੋ, ਕੋਈ ਕਾਉਂਸਲ ਖੜਾ ਕਰੋ, ਅਸੀਂ ਤਿਲ ਫੁੱਲ ਸਾਰੇ ਕੰਟਰੀਬਿਊਟ ਕਰ ਦਾਂਗੇ। ਕੋਈ ਚੰਗਾ ਕਨਸਟੀਟਿਊਸ਼ਨਲ ਐਕਸਪਰਟ ਖੜਾ ਕਰੀਏ ਤਾਂ ਕਿ ਸੁਪਰੀਮ ਕੋਰਟ 'ਚ ਵੀ ਲੜਾਈ ਲੜੀਏ ਅਸੀਂ। ਇਹ ਸਾਨੂੰ ਪਤਾ ਹੋ ਸਕਦਾ ਨਿਆਂ ਨਹੀਂ ਮਿਲੇ, ਪਰ ਲੜਾਈ ਫੇਰ ਵੀ ਲੜਨੀ ਪੈਂਦੀ ਹੁੰਦੀ ਆ। ਕਈ ਵਾਰੀ ਕੋਈ ਨੇਕ ਜੱਜ ਨਿਆਂ ਦੇ ਜਾਂਦਾ ਹੁੰਦਾ, ਸਾਰੇ ਮੋਰਚਿਆਂ ਤੇ ਲੜਾਈ ਲੜਨੀ ਪੈਂਦੀ ਹੁੰਦੀ ਆ।